हेलो फ्रेंड्स, माय नेम इज़ संदीप एंड टुडे मैं आपको बताऊंगी कि आप टास्क 2 की इंट्रो को कैसे लिख सकते हैं, क्योंकि बहुत सारे स्टूडेंट्स को प्रॉब्लम होती है जब वह एग्ज़ाम देने जाते हैं तो उन्हें मालूम ही नहीं होता कि वो कैसे अपनी इंट्रो को स्टार्ट करें और उसकी थीसिस कैसे बनाएं। सो टुडे आई विल गिव यू सम आइडियाज़ रिलेटेड टू स्टेटमेंट ऑफ टास्क 2 एंड दिस इज़ माई स्टेटमेंट। यस हमारे पास क्या स्टेटमेंट है टास्क 2 की। यस हम रीड करेंगे इसको और समझना। सम पीपल थिंक दैट स्कूल शुड टीच पपल्स। ਕਹਿੰਦੇ ਕੁਛ ਲੋਕ ਕੀ ਆ ਸੋਚਦੇ ਆ ਕਿ ਸਕੂਲਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਜਿਹੜੇ ਪਪਲਸ ਆ ਉਹਨਾਂ ਨੂੰ ਮਤਲਬ ਕਿ ਜਿਹੜੇ ਆਪਣੇ ਸਟੂਡੈਂਟਸ ਉਸੇ ਪੜ੍ਹ ਰਹੇ ਹੁੰਦੇ ਉਹਨਾਂ ਨੂੰ ਟੀਚ ਕਰਵਾਉਣਾ ਅਕੋਰਡਿੰਗ ਟੂ ਦੇਅਰ ਅਕੈਡਮਿਕ ਅਬਿਲਿਟੀਜ਼। ਮਤਲਬ ਕਿ ਉਹਨਾਂ ਨੂੰ ਉੱਦਾਂ ਟੀਚ ਕਰਵਾਉਣਾ ਚਾਹੀਦਾ ਜਿਵੇਂ ਉਹਨਾਂ ਦੀਆਂ ਅਕੈਡਮਿਕ ਅਬਿਲਿਟੀਜ਼ ਹੁੰਦੀਆਂ। ਵਾਈਲ ਜਦ ਕਿ ਕਹਿੰਦੇ ਕਿ ਅਦਰਸ ਬਿਲੀਵ ਦੈਟ ਕਹਿੰਦੇ ਦੂਸਰੇ ਕੀ ਬਿਲੀਵ ਕਰਦੇ ਦੂਸਰੇ ਲੋਕ ਕੀ ਕਹਿੰਦੇ ਦੈਟ ਇਟ ਇਜ਼ ਅ ਬੈਟਰ ਟੂ ਹੈਵ ਪਪਲਸ ਵਿਦ ਡਿਫਰੈਂਟ ਅਬਿਲਿਟੀਜ਼ ਸਟੱਡੀ ਟੂਗੈਦਰ। ਕਹਿੰਦੇ ਇੱਕ ਵਧੀਆ ਵੇ ਕੀ ਆਪਣੇ ਕੋਲ ਪਪਲਸ ਜਿਹੜੇ ਹੁੰਦੇ ਆ ਸਟੂਡੈਂਟਸ ਹੁੰਦੇ ਆ ਉਹਨਾਂ ਨੂੰ ਡਿਫਰੈਂਟ ਅਬਿਲਿਟੀਜ਼ ਦੇ ਅਕੋਰਡਿੰਗ ਹੀ ਇਕੱਠੇ ਸਟੱਡੀ ਕਰਨੀ ਚਾਹੀਦੀ ਆ। ਵੀ ਭਾਵੇਂ ਉਹਨਾਂ ਦੀਆਂ ਡਿਫਰੈਂਟ ਅਬਿਲਿਟੀਜ਼ ਆ ਪਰ ਉਹਨਾਂ ਨੂੰ ਸਟੱਡੀ ਕੀ ਕਰਨੀ ਚਾਹੀਦੀ ਆ ਇਕੱਠੇ ਕਰਨੀ ਚਾਹੀਦੀ ਆ। ਲਾਈਕ ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਅਰ ਓਪੀਨੀਅਨ। ਹੁਣ ਇਹਦੇ ਵਿੱਚ ਉਹਨਾਂ ਨੇ 2 ਵਿਊ ਦਿੱਤੇ ਆ, ਠੀਕ ਹੈ। ਆਪਾਂ ਉਹਨਾਂ ਦੋਨਾਂ ਵਿਊਜ਼ ਨੂੰ ਕੀ ਕਰਨਾ ਐਕਸਪਲੇਨ ਕਰਨਾ ਐਂਡ ਇਹਦੇ ਵਿੱਚ ਕੀ ਕਰਨਾ ਗਿਵ ਓਪੀਨੀਅਨ ਅਤੇ ਆਪਣੇ ਓਪੀਨੀਅਨ ਨੂੰ ਦੱਸਣਾ। ਠੀਕ ਹੈ ਸਟੂਡੈਂਟਸ, ਹੁਣ ਇਹਦੇ ਵਿੱਚ ਮੇਨ ਆਪਣੇ ਸਮ ਪੀਪਲਸ ਇਹ ਵਾਲੇ ਆ ਗਏ। ਠੀਕ ਹੈ, ਦੈਨ ਆਪਾਂ ਇਹਨਾਂ ਵਿੱਚ ਇਹਨਾਂ ਬਾਰੇ ਪਹਿਲਾਂ ਇੱਕ ਲਾਈਨ ਬਾਰੇ ਇਹਨਾਂ ਨੂੰ ਦੱਸਣਾ ਗਾ। ਠੀਕ ਹੈ, ਇਹਨਾਂ ਵਿੱਚ ਕੀ ਆ ਵਾਈਲ, ਫਿਰ ਅਗਲੇ ਬਾਰੇ ਉਹਨਾਂ ਨੇ ਕੀ ਕਿਹਾ, ਇਹ ਦੂਸਰੇ ਪਰਸਨਸ ਹੋ ਗਏ। ਇੱਕ ਇਹਨਾਂ ਫਸਟ ਪਰਸਨਸ ਨੂੰ ਐਕਸਪਲੇਨ ਕਰਨਾ ਵੀ ਉਹਨਾਂ ਦੇ ਆਈਡੀਆਜ਼ ਕੀ ਆ। ਠੀਕ ਹੈ, ਵੀ ਉਹ ਕਾਹਤੋਂ ਕਹਿੰਦੇ ਉਹਨਾਂ ਦੀ ਐਬਿਲਿਟੀਜ਼ ਕਿਉਂ ਅਕੈਡਮਿਕ ਐਬਿਲਿਟੀਜ਼ ਆਪਣੀਆਂ ਜਿਹੜੀਆਂ ਪਪਲਸ ਦੀਆਂ ਅਲੱਗ ਹੋਣੀਆਂ ਚਾਹੀਦੀਆਂ, ਉਹਨਾਂ ਨੂੰ ਕਾਹਤੋਂ ਇੱਦਾਂ ਟੀਚ ਕਰਵਾਉਣਾ ਚਾਹੀਦਾ। ਅਤੇ ਜਦ ਕਿ ਫਿਰ ਦੂਸਰੇ ਜਿਹੜੇ ਲੋਕ ਕਹਿੰਦੇ ਉਹਨਾਂ ਦੇ ਅਕੋਰਡਿੰਗ। ਸੋ ਇਹਨਾਂ ਦੀਆਂ ਜਿਹੜੀਆਂ ਡਿਫਰੈਂਟ ਐਬਿਲਿਟੀਜ਼ ਆ ਉਹਨਾਂ ਦੇ ਬੋਥ ਵਿਊਜ਼ ਮਤਲਬ ਕਿ ਦੋਨਾਂ ਵਿਊਜ਼ ਨੂੰ ਕੀ ਕਰਨਾ ਡਿਸਕਸ ਕਰਨਾ ਅੱਗੇ ਅਤੇ ਆਪਦਾ ਵੀ ਓਪੀਨੀਅਨ ਦੇਣਾ ਵੀ ਤੁਸੀਂ ਕਿਉਂ ਇਸ ਚੀਜ਼ ਦੇ ਨਾਲ ਸਹਿਮਤ ਹੋ, ਕਿਸ ਵੀ ਕਿਹੜੀ ਐਬਿਲਿਟੀਜ਼ ਦੇ ਅਕੋਰਡਿੰਗ ਉਹਨਾਂ ਸਟੂਡੈਂਟਸ ਨੂੰ ਕੀ ਕਰਨਾ ਚਾਹੀਦਾ ਟੀਚ ਕਰਨਾ ਚਾਹੀਦਾ। ਸੋ ਦਿਸ ਇਜ਼ ਮਾਈ ਇੰਟਰੋ, ਲੈਟਸ ਸੀ। ਦਿਸ ਇਜ਼ ਇੰਟਰੋ। ਇਟ ਇਜ਼ ਐਨ ਡਿਬੇਟੇਬਲ ਇਸ਼ੂ। ਹੁਣ ਆਪਾਂ ਇਹਨਾਂ ਨੂੰ ਡਿਬੇਟੇਬਲ ਇਸ਼ੂ ਕਹਾਂਗੇ। ਕਿਉਂ ਕਹਾਂਗੇ? ਕਿਉਂਕਿ ਇਹਨਾਂ ਦੇ ਵਿੱਚ ਕੀ ਉਹਨਾਂ ਨੇ ਕੀ ਕੀਤਾ ਜਿਹੜੇ ਦੋਨਾਂ ਦੇ ਹੈਗੇ ਆਗੇ ਵਿਊਜ਼ ਆ ਡਿਬੇਟੇਬਲ ਆ, ਕਿਉਂਕਿ ਉਹ ਕਹਿ ਰਹੇ ਆ ਵੀ ਉਹਨਾਂ ਨੂੰ ਅਕੈਡਮਿਕ ਐਬਿਲਿਟੀ ਦੇ ਅਕੋਰਡਿੰਗ ਕਰਾਉਣਾ ਚਾਹੀਦਾ, ਦੂਸਰੇ ਕੀ ਕਹਿ ਰਹੇ ਡਿਫਰੈਂਟ ਐਬਿਲਿਟੀਜ਼ ਦੇ ਅਕੋਰਡਿੰਗ ਕਰਾਉਣਾ ਚਾਹੀਦਾ। ਸੋ ਇਹ ਆਪਣਾ ਬਣ ਗਿਆ ਡਿਬੇਟੇਬਲ ਇਸ਼ੂ। ਨੈਕਸਟ ਦੈਟ ਵੈਦਰ ਸਕੂਲ ਸਟੂਡੈਂਟਸ ਆਫ ਡਿਫਰੈਂਟ ਕੈਚਿੰਗ ਪਾਵਰ ਨੀਡ ਟੂ ਬੀ ਥੌਟ ਟੂਗੈਦਰ। ਕਹਿੰਦੇ ਸਕੂਲ ਸਟੂਡੈਂਟਸ ਦੇ ਵਿੱਚ ਕੀ ਆ ਉਹਨਾਂ ਕੋਲ ਡਿਫਰੈਂਟ ਕੈਚਿੰਗ ਪਾਵਰ ਹੁੰਦੀ ਆ। ਹੁਣ ਹਰੇਕ ਪਰਸਨ ਨੂੰ ਲੋੜ ਹੁੰਦੀ ਹੈ ਵੀ ਉਹਨਾਂ ਡਿਫਰੈਂਟ ਕੈਚਿੰਗ ਪਾਵਰ ਹੋਵੇ, ਵੀ ਉਹ ਇਕੱਠੇ ਸਿੱਖਣ। ਠੀਕ ਹੈ, ਉਹਨਾਂ ਡਿਫਰੈਂਟ ਕੈਚਿੰਗ ਪਾਵਰ ਹੋਊਗੀ ਔਰ ਦੇ ਸ਼ੁੱਡ ਬੀ ਸੈਪਰੇਟਡ ਅਕੋਰਡਿੰਗ ਟੂ ਦੇਅਰ ਲਰਨਿੰਗ ਐਬਿਲਿਟੀ। ਕਹਿੰਦੇ ਦੂਸਰੇ ਕੀ ਕਹਿ ਰਹੇ ਆ ਕਿ ਉਹਨਾਂ ਨੂੰ ਸੈਪਰੇਟ ਕਰਨਾ ਚਾਹੀਦਾ ਉਹਨਾਂ ਦੀਆਂ ਲਰਨਿੰਗ ਐਬਿਲਿਟੀਜ਼ ਦੇ ਅਕੋਰਡਿੰਗ। ਜਿਵੇਂ ਉਹਨਾਂ ਦੀਆਂ ਐਬਿਲਿਟੀਜ਼ ਅਲੱਗ-ਅਲੱਗ ਆ ਉਹਨਾਂ ਦੇ ਅਕੋਰਡਿੰਗ ਹੀ ਉਹਨਾਂ ਨੂੰ ਅਲੱਗ ਕਰਨਾ ਚਾਹੀਦਾ ਹੈ। ਕਿਉਂਕਿ ਕੁਛ ਕੁ ਸਟੂਡੈਂਟਸ ਹੁੰਦੇ ਆ ਕਮਜ਼ੋਰ ਹੁੰਦੇ ਆ, ਛੇਤੀ ਕੈਚਿੰਗ ਪਾਵਰ ਨਹੀਂ ਕਰ ਪਾਉਂਦੇ, ਅਤੇ ਕੁਛ ਕੁ ਸਟੂਡੈਂਟਸ ਕੀ ਹੁੰਦੇ ਆ ਛੇਤੀ ਕੈਚਿੰਗ ਪਾਵਰ ਕਰ ਲੈਂਦੇ। ਬਹੁਤ ਸਾਰੇ ਇੰਟੈਲੀਜੈਂਟ ਹੁੰਦੇ, ਕੁਛ ਕੁ ਵੀਕਨੈਸ ਮਤਲਬ ਕਿ ਉਹਨਾਂ ਦੇ ਅਕੋਰਡਿੰਗ ਐਬਿਲਿਟੀਜ਼ ਉਹਨਾਂ ਨੂੰ ਕਹਿੰਦੇ ਸੈਪਰੇਟ ਕਰਨਾ ਚਾਹੀਦਾ। ਠੀਕ ਹੈ, ਅੱਗੇ ਇਹਨਾਂ ਦੀ ਥੀਸਿਸ ਕੀ ਆਪਣੀ ਮੇਨ ਕੀ ਆ ਜਾਂਦੀ ਆ ਥੀਸਿਸ। ਦਿਸ ਐਸੇ ਵਿਲ ਹਾਈਲਾਈਟ ਦਾ ਬੋਥ ਵਿਊਜ਼ ਅਲੋਂਗ ਵਿਦ ਮਾਈ ਓਪੀਨੀਅਨ। ਕਹਿੰਦੇ ਬਸ ਸਿੰਪਲ ਬਣਾ ਦਿਓ ਸਟੇਟਮੈਂਟ ਦੇ ਵਿੱਚ ਥੀਸਿਸ ਨੂੰ। ਦਿਸ ਐਸੇ ਵਿਲ ਹਾਈਲਾਈਟ ਦਾ ਬੋਥ ਵਿਊਜ਼ ਅਲੋਂਗ ਵਿਦ ਮਾਈ ਓਪੀਨੀਅਨ। ਇਹਨਾਂ ਐਸੇਸ ਦੇ ਵਿੱਚ ਆਪਾਂ ਦੋਨਾਂ ਵਿਊਜ਼ ਨੂੰ ਹਾਈਲਾਈਟ ਕਰਾਂਗੇ ਵਿਦ ਮਾਈ ਓਪੀਨੀਅਨ। ਕਹਿੰਦੇ ਆਪਣੇ ਓਪੀਨੀਅਨ ਦੇ ਨਾਲ ਇਨ ਦੀ ਅਪਕਮਿੰਗ ਪੈਰਾਗ੍ਰਾਫਸ। ਇਹ ਆਪਣੀ ਹੈਗੀ ਆ ਥੀਸਿਸ। ਸੋ ਸਿੰਪਲ ਆਪਣੀ ਥੀਸਿਸ ਆ। ਠੀਕ ਹੈ, ਸਟਾਰਟਿੰਗ ਵੀ ਬਹੁਤ ਵਧੀਆ ਆਪਾਂ ਇੱਦਾਂ ਕਰ ਸਕਦੇ ਹਾਂ। ਅਤੇ ਆਪਣਾ ਜਿਹੜਾ ਇਹਦੇ ਵਿੱਚ ਇੰਟਰੋ ਦੀਆਂ ਜਿਹੜਾ ਸਟਰਕਚਰ ਆ ਉਹ ਕੰਪਲੈਕਸ ਬਣਾਇਆ। ਕਿਵੇਂ ਬਣਾਇਆ ਜੀ? ਵੈਦਰ ਲਗਾ ਕੇ ਕੰਪਲੈਕਸ ਬਣਾਇਆ ਗਿਆ ਅਤੇ ਔਰ ਲਾ ਕੇ। ਵੈਦਰ ਅਤੇ ਔਰ ਦੇ ਨਾਲ ਆਪਣਾ ਕੰਪਲੈਕਸ ਸਟਰਕਚਰ ਬਣ ਗਿਆ। ਇਸ ਦੇ ਨਾਲ ਕੀ ਆ ਜਦੋਂ ਆਪਾਂ ਇਸ ਤਰ੍ਹਾਂ ਇੰਟਰੋ ਲਿਖਾਂਗੇ ਤਾਂ ਆਪਣੇ 6.5 ਜਾਂ 7 ਬੈਂਡ ਆਪਾਂ ਨੂੰ ਐਗਜ਼ਾਮੀਨਰ ਦੇ ਕੇ ਹੀ ਜਾਊਗਾ, ਕਿਉਂਕਿ ਕੰਪਲੈਕਸ ਸਟਰਕਚਰ ਇਜ਼ ਬੈਟਰ ਫॉर ਅਚੀਵ ਦਾ 7 ਸਕੋਰ ਔਰ 6.5।